ਭਾਰਤ ਭੂਸ਼ਣ ਆਸ਼ੂ ਨੂੰ ਪੇਸ਼ੀ ਤੇ ਲਿਆਉਣਾ ਸੀ। ਤੁਸੀਂ ਉਸੇ ਦੌਰਾਨ ਆਉਂਦੇ ਹੋ ਔਰ ਤੁਹਾਨੂੰ ਉਹੀ ਪੁਲਿਸ ਰੋਕ ਦਿੰਦੀ ਹੈ ਜਿਸ ਮਹਿਕਮੇ ਦਾ ਤੁਸੀਂ ਵੀ ਕਦੇ ਹਿੱਸਾ ਸੀ। 36 ਦਾ ਅੰਕੜਾ ਰਿਹਾ ਔਰ ਭਾਰਤ ਭੂਸ਼ਣ ਆਸ਼ੂ ਦੇ ਨਾਲ ਵੀ ਗਰਾਰੀ ਅੜਦੀ ਰਹੀ ਔਰ ਮੰਦੀ ਸ਼ਬਦਾਵਲੀ ਵੀ ਤੁਹਾਨੂੰ ਥ੍ਰੈਟ ਵੀ ਉਸ ਸਮੇਂ ਇਹ ਸੁਣਨ ਨੂੰ ਮਿਲਿਆ ਸੀ ਕਿ ਗਾਲਾਂ ਵੀ ਕੱਢੀਆਂ ਗਈਆਂ ਟੈਕਸਟ ਦੇ ਰੂਪ ਦੇ ਵਿੱਚ। ਤੁਹਾਨੂੰ ਮੈਂ ਦੱਸ ਦਿਆਂ ਕਿ ਹੁਣ ਸਾਰੇ ਡਰਦੇ ਆ, ਠੀਕ ਹੈ, ਕਿਉਂਕਿ ਸਾਰੇ ਹੀ ਕਰਪਟ ਹੈਗੇ। ਬਾਹਰ ਡਰ ਕੇ ਰੌਲਾ ਪਾ ਰਹੇ, ਜ਼ਿਲ੍ਹਾ ਪ੍ਰੀਸ਼ਦ ਦਾ ਦਫ਼ਤਰ ਉੱਤੇ ਕਬਜ਼ਾ ਕਰਕੇ ਬੈਠੇ ਆ। ਸ਼ਰੇਆਮ ਸਿਆਸੀ ਗੁੰਡਾਗਰਦੀ ਹੈ। ਰਵਨੀਤ ਬਿੱਟੂ ਨੇ ਜੋ ਗੰਦ ਪਾਇਆ ਸੀ ਉਹ ਸਭ ਦੇ ਸਾਹਮਣੇ ਹੈ। ਕੇਸ ਰਜਿਸਟਰ ਹੋਣਾ ਚਾਹੀਦਾ ਉਹਦੇ ਉੱਤੇ। ਜਿਹੜਾ ਭ੍ਰਿਸ਼ਟਾਚਾਰ ਨਾਲ ਜੁੜਿਆ ਮਸਲਾ ਇਸ ਦੇ ਵਿੱਚ ਰਵਨੀਤ ਬਿੱਟੂ ਐਮਪੀ ਜਿਹੜੇ ਸੋਸ਼ਲ ਮੀਡੀਆ ਤੇ ਕਹਿ ਰਹੇ ਆ ਕਿ ਸਿਆਸੀ ਰੰਜਿਸ਼ ਹੈ ਔਰ ਜਿਹੜਾ ਪੀਏ ਦੱਸਿਆ ਜਾ ਰਿਹਾ ਮੀਨੂ ਮਲਹੋਤਰਾ, ਜਿਹੜੀਆਂ ਜਾਇਦਾਦਾਂ ਵੱਖ-ਵੱਖ ਤਰ੍ਹਾਂ ਦੀਆਂ ਬੇਨਿਯਮੀਆਂ ਸਾਹਮਣੇ ਆ ਰਹੀ, ਕਹਿੰਦੇ ਉਹ ਪਹਿਲੀ ਗੱਲ ਤਾਂ ਪੀਏ ਨਹੀਂ ਹੈ। ਉਹ ਜਿਹੜੇ 4 ਕਤਲ ਹੈਗੇ ਸੀਗੇ ਤੇ ਇੱਕ ਜਿਹੜਾ ਬੰਬ ਧਮਾਕਾ ਹੈ ਉਹਦਾ ਮੇਨ ਦੋਸ਼ੀ ਹੈ। 4 ਕਤਲਾਂ ਦਾ ਕੌਨਸਪੀਰੇਸੀ ਵਿੱਚ 120 ਵੀ ਦਾ ਦੋਸ਼ੀ ਹੈਗਾ। ਉਹ ਕੇਸ ਜਿਹੜੇ ਹੈਗੇ ਟ੍ਰਾਇਲ ਹੋਣੇ ਚਾਹੀਦੇ ਆ। 25,000 ਲਾਸ਼ਾਂ ਜਿਹੜੀਆਂ ਲੱਭ ਲਈਆਂ ਸੀ ਖਾਲੜਾ ਸਾਹਿਬ ਨੇ, ਜਿਹੜਾ ਸਾਰੀ ਦੁਨੀਆ ਜਾਣਦੀ ਕਿ ਉਦੋਂ ਬਾਅਦ ਉਹਦਾ ਥੋਹ ਪਤਾ ਨਹੀਂ ਲੱਭਿਆ, ਇਹ ਤਾਂ ਉਹਦਾ ਕਾਤਲ ਟੱਬਰ ਹੈ। ਮੈਂ ਇਹ ਗੱਲ ਪਹਿਲੀ ਵਾਰੀ ਵਿਸਲ ਬਲੋ ਕੀਤੀ ਸੀ ਵੀ ਜੇ ਮਿਲਟਰੀ ਹੁੰਦੀ ਤਾਂ ਮੈਂ ਇਹਨੂੰ ਡਿਸਮਿਸ ਕਰ ਦਿੰਦਾ। ਕੈਪਟਨ ਨੇ ਕਿਹਾ ਸੀ ਉਦੋਂ 18 ਦੀ ਗੱਲ ਹੈ, ਤੇ ਮੈਂ ਉਹਦਾ ਉਦੋਂ ਜਵਾਬ ਦਿੱਤਾ ਸੀਗਾ ਕਿ ਤੇਰੇ ਵਰਗੇ ਬੰਦੇ ਨੂੰ ਜਿਹੜਾ ਸਾਡੀਆਂ ਵੋਟਾਂ ਦੀ ਭੀਖ ਮੰਗ ਕੇ ਸੀਐਮ ਬਣਿਆ ਤੂੰ ਪਟਿਆਲੇ ਵਾਲੇ ਮਹਾਰਾਜੇ ਦੇ ਪੈਦਾ ਹੋ ਕੇ ਮਹਾਰਾਜਾ ਨਹੀਂ ਹੈਗਾ, ਸਾਡੀਆਂ ਵੋਟਾਂ ਨਾਲ ਹੈਗਾ। ਦੀਆਂ ਲਿਸਟਾਂ ਹਾਲੇ ਤੱਕ ਬਾਹਰ ਨਹੀਂ ਆਈਆਂ ਜਿਹੜੀਆਂ ਸਮੇਂ-ਸਮੇਂ ਤੇ ਕਹਿੰਦੇ ਸੀ ਭ੍ਰਿਸ਼ਟ ਮੰਤਰੀਆਂ ਦੀ ਲਿਸਟ ਦੇ ਕੇ। ਹਾਂ, ਉਹ ਇਹਨਾਂ ਦੀ ਵੀ ਲੈ ਕੇ ਗਿਆ ਸੀ, ਉਹ ਨਵਜੋਤ ਸਿੰਘ ਸਿੱਧੂ ਦੀ ਵੀ ਲੈ ਕੇ ਗਿਆ ਸੀ। ਤੁਹਾਨੂੰ ਮੈਂ ਯਾਦ ਕਰਾ ਦਿਆਂ, ਠੀਕ ਹੈ। ਨਵਜੋਤ ਸਿੰਘ ਸਿੱਧੂ ਦੀ ਵੀ ਬਹੁਤ ਵੱਡੀ ਫਾਈਲ ਬਣੀ ਹੋਈ ਹੈ ਤੇ ਉਹਨੇ ਤਾਂ ਅਕਾਊਂਟਾਂ 'ਚ ਹੀ ਪੈਸੇ ਲਏ ਹੋਏ ਆ। ਐਡਾ ਮਹਾਂਪੁਰਸ਼ ਹੈ। ਉਹਨੂੰ ਤਾਂ ਇਮਾਨਦਾਰੀ ਨਾਲ ਦੇ ਰੂਪ ਵਿੱਚ ਦੇਖਿਆ ਜਾਂਦਾ, ਇਮਾਨਦਾਰ ਲੀਡਰ ਹੈ। ਉਹਨੂੰ ਬੜੇ ਭੁਲੇਖੇ ਨੇ ਲੋਕ, ਉਹ ਤਾਂ ਪੈਸੇ ਵੀ ਵਾਈਟ 'ਚ ਲੈਂਦਾ ਹੈ, ਤਾਂ ਰਿਸ਼ਵਤ ਵੀ ਵਾਈਟ 'ਚ ਲੈਂਦਾ। ਉਹ ਵੀ ਫਾਈਲ ਬਣੀ ਹੋਈ ਹੈ। ਦਿਨਕਰ ਗੁਪਤਾ ਬਦਲ ਕੇ ਅੱਜ ਕੱਲ੍ਹ NIA ਦਾ ਚੀਫ ਲਾਇਆ ਹੋਇਆ ਇਹਨਾਂ ਨੇ। ਉਹ ਰੂਸ ਆਲਮ ਦੇ ਨਾਲ ਫੋਟੋ ਖਿਚਾ ਰਿਹਾ ਤੇ ਰੂਸ ਆਲਮ ਨੇ ਉਹਦੇ ਉੱਤੇ ਉੱਤੋਂ ਦੇ ਹੱਥ ਰੱਖਿਆ ਹੋਇਆ, ਉਹਦੀ ਵਰਦੀ ਪਾਈ ਹੋਈ। ਉਹਨੂੰ ਕਹਿੰਦੇ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੀਆਂ ਵਰਦੀਆਂ ਤੇ ਇਹੋ ਜਿਹੀਆਂ ਡਿਊਟੀਆਂ ਤੇ। ਇਹ ਰਾਜਾ ਵੜਿੰਗ ਦੇ ਖਿਲਾਫ ਤਾਂ ਇੱਕ ਫੈਮਿਲੀ ਨੇ ਸੁਸਾਈਡ ਕੀਤਾ ਹੋਇਆ ਫਰੀਦਕੋਟ ਦੀ ਨੇ। ਇਹਨਾਂ ਨੇ ਉਦੋਂ ਡਰਾ ਕੇ ਲਾਲਚ ਦੇ ਕੇ ਕੁਛ ਤਰੀਕੇ ਨਾਲ ਉਹਨਾਂ ਨੂੰ ਦਬਾ ਲਿਆ। ਇਹ ਵੀ ਜਿਵੇਂ ਆਸ਼ੂ ਦੇ ਖਿਲਾਫ ਕਤਲ ਬੋਲਦੇ ਤੇ ਹੋ ਸਕਦਾ ਇਹਦੇ ਖਿਲਾਫ ਵੀ ਕਤਲਾਂ ਦੀ ਦਾਸਤਾਨ ਨਵੀਂ ਖੁੱਲ੍ਹ ਪਵੇ। ਮਾਨ ਸਰਕਾਰ ਦੇ ਅੰਦਰ ਲਗਾਤਾਰ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਨੂੰ ਫਿਕਰ ਬਣੀ ਹੋਈ ਹੈ ਕਿ ਆਖਰਕਾਰ ਸਾਡਾ ਨੰਬਰ ਕਦੋਂ ਲੱਗ ਗਿਆ। ਡਰ ਹੋ ਰਹੇ ਨੇ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਕੀਤਾ। ਪਰ ਇੱਕ ਮਸਲਾ ਜਿਹੜਾ ਲੁਧਿਆਣੇ ਦੇ ਵਿੱਚੋਂ ਭਾਵੇਂ ਉੱਠਿਆ ਪਰ ਪੂਰੇ ਪੰਜਾਬ ਦੇ ਵਿੱਚ ਉਸ ਦੇ ਉੱਤੇ ਚਰਚਾ ਹੋ ਰਹੀ ਹੈ। ਮੈਂ ਗੱਲ ਕਰ ਰਿਹਾ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ, ਜਿਸ ਨੂੰ ਹਿਰਾਸਤ ਵਿੱਚ ਲਿਆ ਗਿਆ, ਰਿਮਾਂਡ ਪੂਰਾ ਹੋ ਗਿਆ, ਪੇਸ਼ੀ ਦੇ ਲਈ ਆਉਣਾ ਸੀ। ਪਰ ਉੱਥੇ ਹੀ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਜਿਹੜੇ ਵਿਵਾਕੀ ਦੇ ਨਾਲ ਇਸ ਮਸਲੇ ਤੇ ਉਦੋਂ ਵੀ ਬੋਲਦੇ ਰਹੇ, ਹਾਲਾਂਕਿ ਇਸ ਦੇ ਲਈ ਉਹਨਾਂ ਨੂੰ ਆਪਣੀ ਨੌਕਰੀ ਵੀ ਦਾਅ ਤੇ ਲਾਉਣੀ ਪਈ, ਹੋਰ ਬਹੁਤ ਸਾਰੀਆਂ ਚੀਜ਼ਾਂ। ਉਹਨਾਂ ਦੇ ਤਜਰਬੇ ਤੋਂ ਹੀ ਜਾਣਾਂਗੇ ਕਿ ਉਹ ਇਸ ਮਸਲੇ ਦੇ ਵਿੱਚ ਕਹਿਣਾ ਕੀ ਚਾਹੁੰਦੇ ਨੇ। ਅੱਜ ਉਹ ਗੱਲ ਕੀ ਰੱਖਣ ਆਏ ਸੀ ਤੇ ਪੁਲਿਸ ਨੇ ਉਹਨਾਂ ਨੂੰ ਰੋਕ ਦਿੱਤਾ। ਇਹ ਅੰਦਰ ਵੀ ਰਹੇ ਆ ਮਹਿਕਮੇ ਦੇ। ਇਹਨਾਂ ਤੋਂ ਸਾਰੀਆਂ ਗੱਲਾਂ ਜਿਹੜੀਆਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਸੇਖੋਂ ਸਾਹਿਬ, ਸਭ ਤੋਂ ਪਹਿਲੀ ਗੱਲ, ਇਸ ਮਸਲੇ ਦੇ ਪਿਛੋਕੜ ਵਿੱਚ ਜਾਣ ਤੋਂ ਪਹਿਲਾਂ ਮੈਂ ਅੱਜ ਜਾਣਨਾ ਚਾਹੁੰਦਾ ਕਿ ਭਾਰਤ ਭੂਸ਼ਣ ਆਸ਼ੂ ਨੂੰ ਪੇਸ਼ੀ ਤੇ ਲਿਆਉਣਾ ਸੀ। ਤੁਸੀਂ ਉਸੇ ਦੌਰਾਨ ਆਉਂਦੇ ਹੋ ਔਰ ਤੁਹਾਨੂੰ ਉਹੀ ਪੁਲਿਸ ਰੋਕ ਦਿੰਦੀ ਹੈ ਜਿਸ ਮਹਿਕਮੇ ਦਾ ਤੁਸੀਂ ਵੀ ਕਦੇ ਹਿੱਸਾ ਸੀ। ਕਾਰਨ ਕੀ ਰਹੇ? ਤੁਸੀਂ ਆਪਣੀ ਪਹਿਲੀ ਗੱਲਬਾਤ ਵਿੱਚ ਕਿਹਾ ਸੀਗਾ ਕਿ ਡਰਦੇ ਉਹੀ ਹੈਗੇ ਆ ਕਿ ਜਿਹੜੇ ਕਰਪਟ ਹੈਗੇ ਆ। ਇੱਕ ਤੁਹਾਨੂੰ ਮੈਂ ਦੱਸ ਦਿਆਂ ਕਿ ਹੁਣ ਸਾਰੇ ਡਰਦੇ ਆ, ਠੀਕ ਹੈ, ਕਿਉਂਕਿ ਸਾਰੇ ਹੀ ਕਰਪਟ ਹੈਗੇ। ਇਹ ਗੱਲ ਨੂੰ ਮੈਂ ਥੋੜੀ ਨੌਲੇਜ ਨੂੰ ਇਹ ਕਰ ਦਿਆਂ। ਤੁਸੀਂ ਕਿਹਾ ਸੀ ਵੀ ਡਰ ਤਾਂ ਉਹਨਾਂ ਨੂੰ ਲੱਗੂਗਾ ਜਿਹੜਾ ਕਰਪਟ ਹੈਗਾ, ਇਸ ਕਰਕੇ ਸਾਰੇ ਡਰਦੇ ਆ। ਜਿਹੜੇ ਬਾਹਰ ਡਰ ਕੇ ਰੌਲਾ ਪਾ ਰਹੇ, ਜਿਹੜਾ ਇੱਕ ਤਫਤੀਸ਼ ਜਿਹੜੀ ਪੁਲਿਸ ਦੀ ਹੈ ਉਹਨੂੰ ਰੋਕਿਆ ਜਾ ਰਿਹਾ। ਮੇਰਾ ਇੱਥੇ ਐਂਟਰ ਹੋਣਾ ਤਾਂ ਐਡਾ ਇੰਪੋਰਟੈਂਟ ਵੀ ਨਹੀਂ ਹੈਗਾ, ਠੀਕ ਹੈ, ਮੇਰਾ ਰਾਈਟ ਬਣਦਾ। ਮੈਂ ਜਾਣਾ ਚਾਹੁੰਦਾ ਸੀ, ਇੱਕ ਡੈਮੋਕ੍ਰੇਟਿਕ ਵੇ ਨਾਲ ਆਪਣੀ ਗੱਲ ਕੀਤੀ ਹੈ, ਨਹੀਂ ਰੋਕ ਲੈਣਾ ਦੀ ਕੋਈ ਗੱਲ ਨਹੀਂ ਜਾਂਦੇ। ਪਰ ਵਿਜੀਲੈਂਸ ਦੇ ਦਫ਼ਤਰ ਦੇ ਬਾਹਰ ਜਿਹੜਾ ਧਰਨਾ ਲਗਾਇਆ ਹੋਇਆ, ਉਹਨਾਂ ਦੇ ਵਿਜੀਲੈਂਸ ਦੇ ਕੰਮ ਨੂੰ ਜਿਹੜਾ ਬਿਲਕੁਲ ਪਹਿਲਾਂ ਗ੍ਰਿਫਤਾਰੀ ਤੋਂ ਲੈ ਕੇ ਜਿਹੜਾ ਰਵਨੀਤ ਬਿੱਟੂ ਨੇ ਜੋ ਗੰਦ ਪਾਇਆ ਸੀ ਉਹ ਸਭ ਦੇ ਸਾਹਮਣੇ ਹੈ। ਕੇਸ ਰਜਿਸਟਰ ਹੋਣਾ ਚਾਹੀਦਾ ਉਹਦੇ ਉੱਤੇ। ਉਸ ਤੋਂ ਬਾਅਦ ਜਿਹੜਾ ਹੈਗਾ ਲਗਾਤਾਰ ਧਰਨਾ ਚੱਲ ਰਿਹਾ। ਉੱਥੇ ਬਿਜਲੀ ਚੋਰੀ ਦੀ ਚਲਾ ਰਹੇ ਸੀ, 144 ਦੀ ਉਲੰਘਣਾ ਕਰ ਰਹੇ ਆ। ਜ਼ਿਲ੍ਹਾ ਪ੍ਰੀਸ਼ਦ ਦਾ ਦਫ਼ਤਰ ਉੱਤੇ ਕਬਜ਼ਾ ਕਰਕੇ ਬੈਠੇ ਆ। ਸ਼ਰੇਆਮ ਸਿਆਸੀ ਗੁੰਡਾਗਰਦੀ ਹੈ, ਠੀਕ ਹੈ, ਇਹ ਬਿਲਕੁਲ ਨਹੀਂ ਹੋਣੀ ਚਾਹੀਦੀ। ਮੈਂ ਸੁਜੈਸ਼ਨ ਦੇਣਾ ਚਾਹੁੰਦਾ ਤੁਹਾਡੇ ਥਰੂ ਵਿਜੀਲੈਂਸ ਨੂੰ ਕਿ ਜੇ ਆਪਣਾ ਰਿਮਾਂਡ ਇਹਦਾ ਅੱਗੇ ਦੇਣਾ ਉਹ ਰਿਮਾਂਡ ਦੇ ਵਿੱਚ ਇਹਨਾਂ ਨੂੰ ਮੈਂਸ਼ਨ ਕਰਨਾ ਚਾਹੀਦਾ ਕਿ ਜੋ ਘਟਨਾਵਾਂ ਵਾਪਰ ਰਹੀਆਂ, ਕਿਵੇਂ ਇਹਨਾਂ ਦੇ ਜਿਹੜੇ ਮੁਲਾਜ਼ਮਾਂ ਨੂੰ ਧੱਕੇ ਮਾਰੇ ਗਏ ਪੋਲੀਟੀਕਲ ਸਿਸਟਮ ਵੱਲੋਂ, ਕਿਸ ਤਰੀਕੇ ਨਾਲ ਉਹਨੂੰ ਡਰਾਇਆ ਧਮਕਾਇਆ ਜਾ ਰਿਹਾ, ਕਿਸ ਤਰੀਕੇ ਨਾਲ ਸਾਹਮਣੇ ਧਰਨੇ ਲਾ ਕੇ ਗੁੰਡਾਗਰਦੀ ਕਰਕੇ ਦੱਸਿਆ ਜਾ ਰਿਹਾ ਸਾਡੀ ਸਰਕਾਰ ਆਊਗੀ, ਅਸੀਂ ਇਹ ਕਰਾਂਗੇ ਉਹ ਕਰਾਂਗੇ। ਸ਼ਰੇਆਮ ਜਿਹੜਾ ਹੈ ਕਿ ਜਿਹੜੀ ਤਫਤੀਸ਼ ਹੈਗੀ ਹੈ, ਪੁਲਿਸ ਦਾ ਕੰਮ ਦਾ ਇਨਵੈਸਟੀਗੇਸ਼ਨ ਹੈ, ਉਹਦੇ 'ਚ ਬਿਲਕੁਲ ਬਹੁਤ ਵੱਡੀ ਉਲੰਘਣਾ ਹੈ। ਇਹ ਕੋਰਟ ਦੇ ਵਿੱਚ ਜਿਹੜਾ ਲਿਖ ਕੇ ਦੇਣਾ ਚਾਹੀਦਾ ਇਸ ਸੰਬੰਧ ਵਿੱਚ, ਤਾਂ ਕਿ ਕੋਰਟ ਇਹਦੇ 'ਤੇ ਕੋਈ ਆਰਡਰ ਕਰਕੇ ਉਹਨੂੰ ਧਰਨੇ ਨੂੰ ਉੱਥੋਂ ਰਿਮੂਵ ਕਰਾਵੇ। ਤੇ ਅਦਰਵਾਈਜ਼ ਜਿਹੜਾ ਹੈਗਾ ਜੋ ਤੁਹਾਡੇ ਸਾਹਮਣੇ ਹੈਗਾ ਕਿ ਨਹੀਂ ਅੱਜ ਇੱਥੇ ਮੈਨੂੰ ਐਂਟਰ ਕਰ ਦਿੱਤਾ, ਇਹ ਕੋਈ ਐਡਾ ਵੱਡਾ ਇਸ਼ੂ ਨਹੀਂ ਸੀ। ਮੈਂ ਤਾਂ ਆਪਣੀ ਗੱਲ ਨੂੰ ਇਹੀ ਵੈਰੀਫਾਈ ਕਰਨਾ ਸੀ ਕਿ ਜਿਹੜੀ ਮੇਰੀ ਕੰਪਲੇਂਟ ਹੈਗੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਬਣ ਗਈ ਹੈ ਨਹੀਂ ਬਣ ਗਈ। ਉਹ ਜਿਹਨੇ ਉਹਨਾਂ ਨੇ ਲੈ ਲਈ ਹੈ, ਮੈਨੂੰ ਨੰਬਰ ਲੈ ਕੇ ਦਿੱਤਾ, ਉਹ ਤਾਂ ਹੈਗਾ ਹੀ ਹੈ। ਪਰ ਫਿਰ ਵੀ ਕੁਝ ਚੀਜ਼ਾਂ ਨੂੰ ਅਥੈਂਟਿਕ ਪ੍ਰੂਵ ਕਰਨ ਵਾਸਤੇ ਅਸੀਂ ਚੀਜ਼ ਚਾਹੁੰਦੇ ਹਾਂ। ਉਹ ਅੱਜ ਐਡੀ ਕੋਈ ਜ਼ਰੂਰੀ ਨਹੀਂ। ਜੇ ਅੱਜ ਇਹਨਾਂ ਨੇ ਸਾਨੂੰ ਤਾਂ ਧਿਆਨ ਨਹੀਂ ਸੀਗਾ ਰਿਮਾਂਡ ਦੇ, ਤਾਂ ਫਿਰ ਵੀ ਆਉਣਾ। ਅਗਲੀ ਵਾਰੀ ਅਸੀਂ ਵੀ ਤਿਆਰੀ ਕਰ ਲਾਂਗੇ, ਅੰਦਰ ਵੀ ਜਾ ਵੜਾਂਗੇ। ਸਾਨੂੰ ਸਭ ਕੁਝ ਕਰਨਾ ਹੁੰਦਾ, ਅੱਜ ਪਤਾ ਨਹੀਂ ਸੀ ਰੋਕਣਗੇ, ਇਸ ਕਰਕੇ ਇਸ ਗੱਲ 'ਚ ਸਫਲ ਹੋਏ। ਇਸੇ ਨਾਲ ਜੁੜਿਆ ਮੇਰਾ ਇੱਕ ਸਵਾਲ ਹੈ ਕਿ ਜਿੱਥੇ ਸਾਰਿਆਂ ਨੂੰ ਜੱਗ ਜ਼ਾਹਰ ਹੋ ਗਈਆਂ ਗੱਲਾਂ ਕਿ ਕੌਣ ਅੰਦਰ ਹੈ
ਕੌਣ ਬਾਹਰ ਹੈ ਤੇ ਕੌਣ ਅੰਦਰ ਹੋ ਜਾਊਗਾ, ਇਹ ਵੀ ਪਤਾ ਲੱਗ ਜਾਣਾ। ਪਰ ਜਿਹੜੀ ਗੱਲ ਤੁਸੀਂ ਜੋੜਨੀ ਚਾਹੁੰਦੇ ਸੀ, ਆਪਣੀ ਜਿਹੜੀ ਐਪਲੀਕੇਸ਼ਨ ਦਿੱਤੀ, ਜਿਹੜੀ ਤੁਸੀਂ ਅੱਜ ਵੀ ਧਿਆਨ ਰੱਖਣਾ ਚਾਹੁੰਦੇ ਸੀ, ਨਜ਼ਰਸਾਨੀ ਕੀਤੀ ਕਿ ਇਸ ਗੱਲ ਨੂੰ ਲਿਆ ਜਾ ਰਿਹਾ ਨਾਲ ਕਿ ਨਹੀਂ ਲਿਆ ਜਾ ਰਿਹਾ, ਉਹ ਕੋਈ ਗੱਲ ਸਾਂਝੀ ਕਰਨਾ ਚਾਹੁੰਦੇ ਹੋ? ਲੋਕਾਂ ਨੂੰ ਤਾਂ ਪਤਾ ਲੱਗਣੀ ਚਾਹੀਦੀ ਹੈ ਨਾ ਕਿ ਐਸੀਆਂ ਕਿਹੜੀਆਂ ਉਹ ਕਮੀਆਂ ਸੀ, ਕਿਹੜੀਆਂ ਕਰਤੂਤਾਂ ਸੀ ਜਿਹੜੀਆਂ ਸਾਹਮਣੇ ਨਹੀਂ ਆ ਸਕੀਆਂ ਲੋਕਾਂ ਸਾਹਮਣੇ। ਨਹੀਂ, ਕਾਮਨ ਗੱਲ ਹੈ ਜੀ, ਕੋਈ ਲੋਕ ਛਾਪੇ ਨੇ ਆਪਣੀ ਗੱਲ ਨਹੀਂ ਹੋਈ ਨਹੀਂ ਤਾਂ ਤੁਹਾਨੂੰ ਤੁਹਾਡੇ ਧਿਆਨ 'ਚ ਨਹੀਂ ਹੈਗਾ। ਕੱਲ ਵੀ ਜਿਹੜੀ ਸਾਰੀ ਪ੍ਰੈਸ ਨੂੰ ਦੱਸ ਦਿੱਤਾ ਸੀਗਾ, ਇਹਦੇ ਵਿੱਚ ਐਕਸਟ੍ਰੀਮਿਸਟ ਟਾਈਮ ਦੇ ਕੁਝ ਕੇਸ ਪੈਂਡਿੰਗ ਹੈਗਾ ਜਿਹਦੇ ਵਿੱਚ ਇਹਨਾਂ ਨੂੰ ਚਲਾਨ ਨਹੀਂ ਕੀਤਾ ਗਿਆ ਸੀ। ਉਸ ਸਮੇਂ ਦੀ ਸਰਕਾਰ, ਕਿਉਂਕਿ ਉਹ 92 ਦਾ ਕੇਸ ਹੈ ਤੇ ਸਰਕਾਰ ਆਈ ਨੂੰ 3-4 ਮਹੀਨੇ ਹੋਏ ਸੀ ਤੇ ਇੱਕ ਕਾਂਗਰਸੀ ਟੱਬਰ ਹੈ, ਜੇ ਇਸ ਤਰ੍ਹਾਂ ਦਾ ਹੀ ਹਾਲਾਤ ਨਾ ਹੁੰਦੇ ਤਾਂ ਉਦੋਂ ਬੇਅੰਤ ਸਿੰਘ ਗਵਰਨਮੈਂਟ ਦੇ ਪਹਿਲੇ 2 ਸਾਲਾਂ ਦੇ ਵਿੱਚ ਤਾਂ ਅੱਤਵਾਦ ਨੂੰ ਖਤਮ ਕਰਨ ਦੇ ਚੱਕਰ 'ਚ ਬਹੁਤ ਨੌਜਵਾਨ ਮਾਰੇ ਇਹਨਾਂ ਨੇ। ਇਹ ਪਰਿਵਾਰ ਨੂੰ ਉਸੇ ਕਰਕੇ ਨਵਾਜਿਆ ਜਾਂਦਾ ਹੈ, ਕਹਿ ਕੇ ਕਿ ਇੱਕ ਜਿਹੜੀ ਇੱਕ ਪੂਰੀ ਦੀ ਪੂਰੀ ਕੌਮ ਦੀ ਜਵਾਨੀ ਦਾ ਕਾਤਲ ਹੈਗੇ ਹੈ, ਬੇਅੰਤ ਸਿੰਘ ਫੈਮਿਲੀ ਨੂੰ ਜਾਣਿਆ ਜਾਂਦਾ ਨਾ। ਇਸ ਕਰਕੇ ਇਹ ਉਦੋਂ ਦੀ ਗੱਲ ਹੋਣ ਕਰਕੇ ਇਹ ਟੱਬਰ ਉਦੋਂ ਬਚਾਇਆ ਗਿਆ, ਇਹ ਆਸ਼ੂ ਹੁਰੀ ਉਦੋਂ ਬਚ ਗਏ ਕਿਉਂਕਿ ਇਹਨਾਂ ਦਾ ਡਿਫਰੈਂਸ ਮੈਂ ਹੁਣ ਉਸ ਪਾਸੇ ਜਾਣਾ ਨਹੀਂ ਚਾਹੁੰਦਾ ਕਿਉਂ ਹੋਇਆ, ਪਰ ਇਸ ਕਰਕੇ ਹੋਇਆ ਕਿ ਕਾਂਗਰਸੀ ਹੈਗੇ ਸੀਗੇ ਤਾਂ ਇਹਨਾਂ ਦੀ ਉਦੋਂ ਜਾਨ ਖਲਾਸੀ ਹੋ ਗਈ ਸੀ। ਨਹੀਂ ਤਾਂ ਉਦੋਂ ਜਿਸ ਤਰ੍ਹਾਂ ਦੀ ਹਨੇਰੀ ਚੱਲੀ ਸੀ ਉਹ ਵਿੱਚ ਇਹ ਵੀ ਰੁੜ ਜਾਣੇ ਸੀਗੇ। ਪਰ ਫਿਰ ਵੀ ਇਸ ਦੇ ਬਾਵਜੂਦ ਇਹਨਾਂ ਦੀ ਜਾਨ ਤਾਂ ਬਖਸ਼ੀ ਗਈ, ਪਰ ਜਿਹੜਾ ਇਹਨਾਂ ਦੇ ਕੇਸ ਜਿਹੜੇ ਬਣਦੇ ਸੀ ਉਹ ਜਿਹੜੇ ਦਰਜ ਹੋ ਗਏ ਸੀ ਉਹ ਤਾਂ ਹੋਣੇ ਚਾਹੀਦੇ ਸੀ ਨਾ, ਉਹ ਵੀ ਜਿਹੜੇ ਹੈਗੇ ਆ ਨਜ਼ਰਅੰਦਾਜ਼ ਕਰ ਦਿੱਤੇ ਗਏ। ਉਸ ਸਮੇਂ ਨੇ ਬਹੁਤ ਤੁਸੀਂ ਤਾਂ ਬਹੁਤ ਸ਼ਾਇਦ ਛੋਟੇ ਉਦੋਂ ਦੇ ਥੋੜੇ ਬਰਥ ਵੀ ਹੋਣਗੇ ਕਿ ਨਹੀਂ, ਉਦੋਂ ਟਾਈਮ ਬੜਾ ਮਾੜਾ ਟਾਈਮ ਸੀ ਇਸ ਸਟੇਟ ਦੇ ਉੱਤੇ, ਤੇ ਉਦੋਂ ਇਹੋ ਜਿਹੇ ਲੋਕਾਂ ਨੂੰ ਜਿਹੜੀ ਛੂਟ ਮਿਲ ਗਈ, ਉਹਦੇ 'ਚ ਇਹ ਨਿਕਲ ਗਈ। ਉਦੋਂ ਬਾਅਦ ਕਿਸੇ ਨੂੰ ਪਤਾ ਕੁਝ ਨਹੀਂ ਸੀਗਾ। ਤਾਂ ਜਦੋਂ ਸੰਘਰਸ਼ ਸਟਾਰਟ ਹੋਇਆ ਮੇਰੇ ਵਾਲਾ, ਤਾਂ ਮੈਂ ਕਿਸੇ ਇੱਕ ਕੇਸ ਨੂੰ ਤਫਤੀਸ਼ ਨੂੰ ਮਾੜਾ ਜਿਹਾ ਜਦੋਂ ਵੇਖਿਆ ਫਰੋਲਿਆ ਤਾਂ ਪਹੁੰਚਦਾ ਉਹ ਤਹਿ ਤੱਕ ਗਿਆ ਤਾਂ ਉਹਦੇ 'ਚ 4 ਕਤਲ, ਇੱਕ ਬੰਬ ਧਮਾਕਾ ਜਿਹੜਾ ਹੈਗਾ ਇਹਦੇ ਖਾਤੇ 'ਚ ਪੈਂਡਿੰਗ ਪਿਆ, ਜਿਹੜਾ ਕਿ ਟ੍ਰਾਇਲ ਹੋਣ ਵਾਲਾ। ਤਾਂ ਉਹਦੇ ਵਾਸਤੇ ਮੈਂ ਆਪਣੀ ਦਰਖਾਸਤ ਕੱਲ੍ਹ ਦੇ ਦਿੱਤੀ ਹੈ। ਬਾਕੀ ਜਿਹੜੀ ਕਰਪਸ਼ਨ ਹੈਗੀਆਂ ਉਹ ਇਲਜ਼ਾਮ ਤਾਂ ਜਿਹੜੇ ਹੈਗੇ ਉਹਨਾਂ ਕੋਲ ਰਿਕਾਰਡ ਪਹਿਲਾਂ ਹੈਗੇ ਆ, ਮੇਰੇ ਕੋਲ ਹੈਗਾ, ਉਹ ਵੀ ਮੈਂ ਦੇ ਦੇਣੇ, ਕਿਉਂਕਿ ਮੈਨੂੰ ਜਦੋਂ ਉਹਨਾਂ ਨੇ ਨਾਲ ਐਜ਼ ਏ ਵਿਟਨੈਸ ਲੈ ਹੀ ਲਿਆ ਉਹ ਵੀ ਦੇ ਦੇਣਾ। ਪਰ ਸਭ ਤੋਂ ਵੱਡਾ ਮੇਰਾ ਪਰਪਸ ਹੈਗਾ ਸੀਗਾ ਕਿ ਉਹ ਜਿਹੜੇ 4 ਕਤਲ ਹੈਗੇ ਸੀਗੇ ਤੇ ਇੱਕ ਜਿਹੜਾ ਬੰਬ ਧਮਾਕਾ ਹੈ ਉਹਦਾ ਮੇਨ ਦੋਸ਼ੀ ਹੈ, 4 ਕਤਲਾਂ ਦਾ ਕੌਨਸਪੀਰੇਸੀ ਵਿੱਚ 120 ਵੀ ਦਾ ਇਹ ਦੋਸ਼ੀ ਹੈਗਾ। ਉਹ ਕੇਸ ਜਿਹੜੇ ਹੈਗੇ ਟ੍ਰਾਇਲ ਹੋਣੇ ਚਾਹੀਦੇ ਆ। ਉਹਦੇ ਵਿੱਚ ਦੇਖਦੇ ਆ ਆਉਣ ਵਾਲੇ ਸਮੇਂ 'ਚ ਵਿਜੀਲੈਂਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ, ਕਿਉਂਕਿ ਉਹਨਾਂ ਦੀ ਜੁਡੀਸ਼ਨ ਨਹੀਂ ਹੈਗੀ ਇਹ। ਉਹ ਨੈਚੁਰਲੀ ਉਹਨਾਂ ਨੇ ਜਿਹੜਾ ਇੱਧਰ ਕਾਰਪੋਰੇਸ਼ਨ ਜਿਹੜੀ ਪੁਲਿਸ ਕਮਿਸ਼ਨਰੇਟ ਦੀ ਹੈ ਇਹਨਾਂ ਨੂੰ ਉਹ ਲਿਖਣਗੇ, ਉਸ ਤਰ੍ਹਾਂ ਦੀ ਪੈਰਵਾਈ ਵਾਸਤੇ ਆਉਣਾ ਜਾਣਾ ਪੈਂਦਾ, ਅਦਰਵਾਈਜ਼ ਕੋਈ ਹੋਰ ਨਹੀਂ ਸੀ। ਇੱਕੋ ਮਸਲਾ ਹੈ ਕਿ ਜਿਹਦਾ ਪਿਛੋਕੜ ਤੁਸੀਂ ਜੜ੍ਹਾਂ ਤੱਕ ਗਏ ਔਰ ਉਸ ਦਾ ਖਮਿਆਜਾ ਤੁਹਾਨੂੰ ਕਈ ਸਮੇਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਚੈਲੰਜ ਦੇ ਰੂਪ ਵਿੱਚ ਭੁਗਤਣਾ ਪਿਆ। ਪਰ ਜਿਹੜਾ ਭ੍ਰਿਸ਼ਟਾਚਾਰ ਨਾਲ ਜੁੜਿਆ ਮਸਲਾ, ਇਸ ਦੇ ਵਿੱਚ ਰਵਨੀਤ ਬਿੱਟੂ MP ਮੀਡੀਆ ਦੇ ਸਾਹਮਣੇ ਵੀ ਔਰ ਅਕਸਰ ਹੀ ਜਿਹੜੇ ਸੋਸ਼ਲ ਮੀਡੀਆ ਤੇ ਕਹਿ ਰਹੇ ਆ ਕਿ ਸਿਆਸੀ ਰੰਜਿਸ਼ ਹੈ, ਮਾਨ ਸਰਕਾਰ ਸਿਆਸੀ ਰੰਜਿਸ਼ ਕੱਢ ਰਹੀ ਹੈ। ਔਰ ਜਿਹੜਾ PA ਦੱਸਿਆ ਜਾ ਰਿਹਾ ਮੀਨੂ ਮਲਹੋਤਰਾ, ਜਿਹੜੀਆਂ ਜਾਇਦਾਦਾਂ ਵੱਖ-ਵੱਖ ਤਰ੍ਹਾਂ ਦੀਆਂ ਬੇਨਿਯਮੀਆਂ ਸਾਹਮਣੇ ਆ ਰਹੀ, ਕਹਿੰਦੇ ਉਹ ਪਹਿਲੀ ਗੱਲ ਤਾਂ PA ਨਹੀਂ ਹੈ ਭਾਰਤ ਭੂਸ਼ਣ ਆਸ਼ੂ ਦਾ। ਇਸ ਤਰ੍ਹਾਂ ਦੀਆਂ ਗੱਲਾਂ ਵੀ ਹੋ ਰਹੀਆਂ। ਜਦੋਂ ਇਹਦੇ ਆਪਣੀ ਸਰਕਾਰ ਸੀ ਭੁੱਲ ਜਾਂਦੇ ਨਾ, ਹੁਣ ਇਹਨਾਂ ਨੂੰ ਲੱਗਦਾ ਸਿਆਸੀ ਬਦਲਾਅ ਹੋਈ ਤੇ ਆਪ 5 ਸਾਲ ਕੀ ਕਰਦੇ ਰਹੇ, ਜਾਂ ਉਦੋਂ ਪਹਿਲਾਂ ਦੀ ਸਰਕਾਰ ਇੱਕ ਵਾਰੀ ਆਈ ਸੀ ਉਦੋਂ ਕੀ ਕਰਦੇ ਰਹੇ। ਜਦੋਂ ਆਪਣੀ ਪੀੜ੍ਹੀ ਥੱਲੇ ਸੁੱਟਾਂ ਮਾਰੀਏ ਫਿਰ ਚੀਜ਼ਾਂ ਦਿਖਾਈ ਦਿੰਦੀਆਂ। ਤਾਂ ਜਿਹੜਾ ਨਾਲੇ ਇਹ ਜਿਹੜਾ ਇਹ ਫੈਮਿਲੀ ਹੈ, ਇਹੋ ਜਿਹੇ ਘਟੀਆਂ ਲੋਕਾਂ ਬਾਰੇ ਬਹੁਤ ਦੀ ਗੱਲਬਾਤ ਕਰਨ ਦਾ ਜਿਹੜਾ ਵਕਤ ਤੁਹਾਨੂੰ ਲੋਕਾਂ ਨੂੰ ਵੀ ਨਹੀਂ ਕਰਨਾ ਚਾਹੀਦਾ, ਕਿਉਂਕਿ ਕਈ ਵਾਰੀ ਆਪਾਂ ਮਤਲਬ ਹੁਣੇ ਮੈਥੋਂ ਪਹਿਲਾਂ ਤੁਹਾਡੇ ਤੋਂ ਪਹਿਲਾਂ ਇੱਕ ਪੱਤਰਕਾਰ ਗੱਲ ਕਰ ਰਿਹਾ ਸੀ ਇਹਦੇ ਬਿੱਟੂ ਬਾਰੇ ਵੀ, ਬੜੀ ਦਲੇਰੀ ਨਾਲ ਉਹਨੇ ਕੰਮ ਕੀਤਾ ਤੇ ਮੈਂ ਉਹਨੂੰ ਕਿਹਾ ਸ਼ਰਮ ਕਰੋ ਯਾਰ, ਇਹ ਦਲੇਰੀ ਹੈ, ਠੀਕ ਹੈ, ਤੇ ਗੁੰਡਾਗਰਦੀ ਹੈ। ਗੁੰਡਾਗਰਦੀ ਨੂੰ ਤੁਸੀਂ ਦਲੇਰੀ ਕਹੋਗੇ ਤਾਂ ਮਤਲਬ ਇਹ ਲੋਕ ਚੌੜੇ ਹੀ ਹੋਣਗੇ ਨਾ। ਸ਼ਰਮ ਦੇਣੀ ਚਾਹੀਦੀ ਇਹਨਾਂ ਬੰਦਿਆਂ ਨੂੰ ਵੀ ਤੁਸੀਂ ਜਿਹੜੀ ਇਨਵੈਸਟੀਗੇਸ਼ਨ ਦਾ ਪਾਰਟ ਇੱਕ ਪੁਲਿਸ ਕੰਮ ਕਰ ਰਹੀ ਹੈ। ਗਲਤੀ ਨਾਲ ਪਹਿਲੀ ਗੱਲ ਪੁਲਿਸ ਠੀਕ ਕੰਮ ਕਰਦੀ ਨਹੀਂ, ਜੇ ਕੁਝ ਹਾਲਾਤ ਇਹ ਜੇ ਬਣੇ ਹੋਏ ਆ ਤਾਂ ਘੱਟੋ ਘੱਟ ਕਰ ਲੈਂਦੇ। ਪਰ ਕਿਉਂਕਿ ਜਦੋਂ ਗਾਜ ਆਪਣੇ ਤੇ ਡਿੱਗਦੀ ਹੋਵੇ ਉਦੋਂ ਭੁੱਲ ਜਾਂਦੇ ਕਿ ਅਸੀਂ ਕੀ ਕਰਦੇ ਰਹੇ ਹਾਂ। ਇਹ ਤਾਂ 25,000 ਲਾਸ਼ਾਂ ਜਿਹੜੀਆਂ ਲੱਭ ਲਈਆਂ ਸੀ ਖਾਲੜਾ ਸਾਹਿਬ ਨੇ, ਜਿਹੜਾ ਸਾਰੀ ਦੁਨੀਆ ਜਾਣਦੀ ਹੈ ਕਿ ਉਦੋਂ ਬਾਅਦ ਉਹਦਾ ਥੋਹ ਪਤਾ ਨਹੀਂ ਦੱਬਿਆ, ਇਹ ਤਾਂ ਉਹਦਾ ਕਾਤਲ ਟੱਬਰ ਹੈ, ਠੀਕ ਹੈ। ਇਹ ਲੋਕ ਤਾਂ ਜਿਹੜੇ ਹੈਗੇ ਇਹਨਾਂ ਦੀ ਸਜ਼ਾਵਾਂ ਤਾਂ ਬਹੁਤ ਵੱਡੀਆਂ, ਪਰ ਉਹਨਾਂ ਦੇ ਪ੍ਰੂਫ ਜਿਹੜੇ ਹੈਗੇ ਬੰਦਿਆਂ ਦੇ ਨਾਲ ਖਤਮ ਹੋ ਜਾਂਦੇ ਆ। ਉਹ ਅਜੇ ਉਹ ਪਰਿਵਾਰ ਵੀ ਜਿਉਂਦਾ ਜਾਗਦਾ, ਬਹੁਤ ਕੁਝ ਚੱਲ ਰਿਹਾ। ਇਹਨਾਂ ਨੂੰ ਅਜੇ ਬਹੁਤ ਸਮਾਂ ਜਿਹੜਾ ਹੈਗਾ ਸੋਸ਼ਲੀ ਤਾਂ ਇਹ ਖਤਮ ਹੋਏ ਵੇ ਆ, ਸਿੱਖ ਨਫ਼ਰਤ ਕਰਦੇ ਇਹਨਾਂ ਨੂੰ, ਠੀਕ ਹੈ। ਪਰ ਜੋ ਇਹਨਾਂ ਦੀ ਕਰਤੂਤਾਂ ਹੈਗੀਆਂ ਉਹ ਆਮ ਲੋਕ ਜਿਹੜਾ ਹੈਗਾ ਉਹ ਵੀ ਇਹਨਾਂ ਨੂੰ ਆਉਣ ਸਮਝ ਨਫ਼ਰਤ ਦੇ ਪਾਤਰ ਦੇ ਤੌਰ ਤੇ ਵੇਖਣਗੇ, ਕਿਉਂਕਿ ਇਹ ਬਹੁਤ ਘਟੀਆ ਤਰੀਕੇ ਨਾਲ ਇਸ ਪਾਵਰ ਦਾ ਇਸਤੇਮਾਲ ਕਰ ਰਹੇ। ਤੁਹਾਡਾ ਜਿਹੜਾ ਹੈਗਾ ਵਿਵਾਕੀ ਨਾਲ ਜਦੋਂ ਮਸਲੇ ਚੁੱਕੇ ਗਏ ਤੇ ਪੂਰਾ 36 ਦਾ ਅੰਕੜਾ ਰਿਹਾ ਔਰ ਭਾਰਤ ਭੂਸ਼ਣ ਆਸ਼ੂ ਦੇ ਨਾਲ ਵੀ ਗਰਾਰੀ ਅੜਦੀ ਰਹੀ ਔਰ ਮੰਦੀ ਸ਼ਬਦਾਵਲੀ ਵੀ, ਤੁਹਾਨੂੰ ਥ੍ਰੈਟ ਵੀ ਉਸ ਸਮੇਂ ਇਹ ਸੁਣਨ ਨੂੰ ਮਿਲਿਆ ਸੀ ਕਿ ਗਾਲਾਂ ਵੀ ਕੱਢੀਆਂ ਗਈਆਂ ਟੈਕਸ ਦੇ ਰੂਪ ਦੇ ਵਿੱਚ। ਪਰ ਸਮਾਂ ਅੱਜ ਬਦਲ ਗਿਆ। ਮਾਨ ਸਰਕਾਰ ਦੀ ਹੁਣ ਤੱਕ ਦੀ ਇਸ ਮਸਲੇ ਦੇ ਵਿੱਚ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ ਹੋ ਔਰ ਕਿਹੜੀ ਗੱਲ ਤੇ ਕਮੀ ਹਾਲੇ ਵੀ ਰੱਖਦੀ ਕਿ ਮਾਨ ਸਰਕਾਰ ਨੂੰ ਇੱਧਰ ਵੀ ਜਾਣਾ ਚਾਹੀਦਾ? ਨਹੀਂ, ਇਸ ਇਨਵੈਸਟੀਗੇਸ਼ਨ ਨੂੰ ਠੀਕ ਕਰਕੇ ਬਾਕੀ ਜਿਹੜਾ ਇਹਨਾਂ ਨੇ ਸੈਂਕਸ਼ਨ ਮੰਗੀ ਹੋਈ ਹੈ 183 ਬੰਦੇ ਜਿਹੜੇ ਦੀ ਸੈਂਕਸ਼ਨ ਮੰਗੀ ਹੋਈ ਹੈ ਉਹ 'ਚ IAS ਅਫਸਰ ਹੈ ਜ਼ਿਆਦਾਤਰ, ਪੋਲੀਟੀਸ਼ੀਅਨ ਤਾਂ ਹੈਗੇ ਪੋਲੀਟੀਸ਼ਨ ਤਾਂ ਜਿਹੜੇ ਮੰਤਰੀ ਹੈਗੇ ਅਕਾਲੀਆਂ ਦੇ ਨਾਮ ਲੈਣਾ ਉਹਨਾਂ ਇੱਥੇ ਲੁਧਿਆਣੇ ਦਾ ਸ਼ਰਨਜੀਤ ਢਿੱਲੋਂ ਇੱਕ ਤਾਂ, ਇੱਕ ਉਹ ਜਰਮੇਜਰ ਸਿੰਘ ਸੇਖੋਂ ਹੈ, ਜਿਹੜਾ ਸਿੰਚਾਈ ਘਟਾਲਾ ਬਹੁਤ ਵੱਡਾ ਮਸ਼ਹੂਰ ਆ, ਉਹਦੇ ਜਦੋਂ ਉਹਨੇ ਬਿਲਕੁਲ ਡਾਇਰੈਕਟਲੀ ਇਨਵੋਲਵ ਹੈਗੇ। ਤੇ ਉਸ ਤੋਂ ਇਲਾਵਾ ਇਹ ਸਰਕਾਰ ਤੋਂ ਇਹ ਜਿਹੜੀਆਂ ਸੈਂਕਸ਼ਨਾਂ ਹੁੰਦੀਆਂ, ਮੈਂ ਕਾਨੂੰਨ ਕਹਿੰਦਾ ਹੁੰਦਾ ਵੀ ਇਹਨਾਂ ਵਾਸਤੇ ਸੈਂਕਸ਼ਨ ਹੈ,
ਸਾਡੇ ਡਿਪਾਰਟਮੈਂਟ 'ਚ ਵੀ ਹੁੰਦਾ ਅਫਸਰਾਂ ਵਾਸਤੇ ਸੈਂਕਸ਼ਨ ਦੇ ਉਹਦੇ ਫਿਰ ਖਿਲਾਫ ਕੋਈ ਸੈਂਕਸ਼ਨ ਨਹੀਂ ਲੈਂਦਾ ਇਹਨਾਂ ਵਾਸਤੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਵਾਰੀ ਇਹ ਲਿਖ ਦਿੱਤਾ ਸੀਗਾ ਵੀ ਇੱਕ ਠੇਕੇਦਾਰ ਦੇ ਕਹਿਣ ਤੇ ਅਸੀਂ ਆਪਣੇ ਮੰਤਰੀ ਥੋੜ੍ਹਾ ਟੰਗ ਦਈਏ। ਆਹ ਤਾਂ ਇਹਨਾਂ ਦਾ ਹਾਲਾਤ ਹੈ, ਠੀਕ ਹੈ। ਇਹ ਆਪਦੇ ਮੰਤਰੀ, ਹੁਣ ਇਹਨੇ ਇਹ ਵੀ ਕਿਹਾ ਸੀ ਜਦੋਂ ਮੈਂ ਇਹ ਗੱਲ ਪਹਿਲੀ ਵਾਰੀ ਵਿਸਲ ਬਲੋ ਕੀਤੀ ਸੀ ਵੀ ਜੇ ਮਿਲਟਰੀ ਹੁੰਦੀ ਤਾਂ ਮੈਂ ਇਹਨੂੰ ਡਿਸਮਿਸ ਕਰ ਦਿੰਦਾ। ਕੈਪਟਨ ਨੇ ਕਿਹਾ ਸੀ ਉਦੋਂ 18 ਦੀ ਗੱਲ ਹੈ, ਤੇ ਮੈਂ ਉਹਦਾ ਉਦੋਂ ਜਵਾਬ ਦਿੱਤਾ ਸੀਗਾ ਕਿ ਤੇਰੇ ਵਰਗੇ ਬੰਦੇ ਨੂੰ ਜਿਹੜਾ ਸਾਡੀਆਂ ਵੋਟਾਂ ਦੀ ਭੀਖ ਮੰਗ ਕੇ ਸੀਐਮ ਬਣਿਆ, ਤੂੰ ਪਟਿਆਲੇ ਵਾਲੇ ਮਹਾਰਾਜੇ ਦੇ ਪੈਦਾ ਹੋ ਕੇ ਮਹਾਰਾਜਾ ਨਹੀਂ ਹੈਗਾ, ਸਾਡੀਆਂ ਵੋਟਾਂ ਨਾਲ ਹੈਗਾ। ਕੈਪਟਨ ਦੀਆਂ ਉਹ ਲਿਸਟਾਂ ਹਾਲੇ ਤੱਕ ਬਾਹਰ ਨਹੀਂ ਆਈਆਂ ਜਿਹੜੀਆਂ ਸਮੇਂ-ਸਮੇਂ ਤੇ ਕਹਿੰਦੇ ਸੀ ਭ੍ਰਿਸ਼ਟ ਮੰਤਰੀਆਂ ਦੀ ਲਿਸਟ ਦੇ ਕੇ। ਹਾਂ, ਉਹ ਇਹਨਾਂ ਦੀ ਵੀ ਲੈ ਕੇ ਗਿਆ ਸੀ, ਉਹ ਨਵਜੋਤ ਸਿੰਘ ਸਿੱਧੂ ਦੀ ਵੀ ਲੈ ਕੇ ਗਿਆ ਸੀ, ਤੁਹਾਨੂੰ ਮੈਂ ਯਾਦ ਕਰਾ ਦਿਆਂ, ਠੀਕ ਹੈ। ਨਵਜੋਤ ਸਿੰਘ ਸਿੱਧੂ ਦੀ ਵੀ ਬਹੁਤ ਵੱਡੀ ਫਾਈਲ ਬਣੀ ਹੋਈ ਹੈ ਤੇ ਉਹਨੇ ਤਾਂ ਅਕਾਊਂਟਾਂ 'ਚ ਹੀ ਪੈਸੇ ਲਏ ਹੋਏ ਆ, ਐਡਾ ਮਹਾਂਪੁਰਸ਼ ਹੈ। ਉਹਨੂੰ ਤਾਂ ਇਮਾਨਦਾਰੀ ਨਾਲ ਦੇ ਰੂਪ ਵਿੱਚ ਦੇਖਿਆ ਜਾਂਦਾ, ਇਮਾਨਦਾਰ ਲੀਡਰ ਹੈ। ਉਹਨੂੰ ਬੜੇ ਭੁਲੇਖੇ ਨੇ ਲੋਕ, ਉਹ ਤਾਂ ਪੈਸੇ ਵੀ ਵਾਈਟ 'ਚ ਲੈਂਦਾ, ਉਹ ਤਾਂ ਰਿਸ਼ਵਤ ਵੀ ਵਾਈਟ 'ਚ ਲੈਂਦਾ, ਉਹ ਵੀ ਫਾਈਲ ਬਣੀ ਹੋਈ ਹੈ। ਉਹੀ ਵਿਜੀਲੈਂਸ ਸੂਟ ਸਾਰੀ ਬੈਠੀ ਹੈ, ਅਫਸਰ ਬੈਠੇ ਆ। ਚਾਹੀਦਾ ਕਿ ਇਸ ਟਾਈਮ ਹੈ ਕਿ ਉਹ ਚੀਜ਼ਾਂ ਨੂੰ ਵੀ ਸਾਹਮਣੇ ਉਜਾਗਰ ਕੀਤਾ ਜਾਵੇ। ਸਭ ਨੂੰ ਪਤਾ, ਮੈਂ ਤੁਹਾਡੇ ਥਰੂ ਅੱਜ ਫਿਰ ਕਹਿਣਾ ਚਾਹੁੰਦਾ, ਨਵਜੋਤ ਸਿੰਘ ਸਿੱਧੂ ਦੀ ਫਾਈਲ ਜਿਹੜੀ ਬਣੀ ਸੀ, ਜਿਹਦੇ 'ਚ ਕਰਨੇਲ ਸ਼ਰਮਾ ਵਗੈਰਾ ਡਾਇਰੈਕਟਰ ਸੀ, ਇਹਨਾਂ ਦੇ ਬਿਆਨ ਲਿਖੇ ਗਏ ਸੀਗੇ। ਸ਼ਾਇਦ ਆਹੀ ਕੁਸਤਬ ਸ਼ਰਮਾ ਜਾਂ ਕੋਈ ਹੋਰ ਕੋਈ, ਮੈਂ ਅਫਸਰ ਮੇਰੇ ਧਿਆਨ 'ਚ ਨਹੀਂ ਹੈਗਾ, ਜਿਹਨੇ ਉਸ ਤਫਤੀਸ਼ ਨੂੰ ਹੈਡ ਕੀਤਾ ਸੀਗਾ। ਸਾਰਾ ਕੁਝ ਇਹਨਾਂ ਨੂੰ ਪਤਾ, ਕਿਉਂਕਿ ਇਹ ਹੈਂਡ ਐਂਡ ਗਲਵਜ਼ ਸਾਰਾ ਹੈਗਾ। ਫਿਰ ਇਹ ਕਹਿੰਦੇ ਸਾਨੂੰ ਚੰਗਾ ਕਿਹਾ ਜਾਵੇ, ਜਿਸ ਤਰ੍ਹਾਂ ਦਾ ਹੁਕਮ ਉੱਤੋਂ ਉਹ ਅੱਡੀਆਂ ਜੋੜ ਕੇ ਸੂਟ ਮਾਰੀ ਜਾਂਦੇ ਆ ਤੇ ਥੱਲੇੋਂ ਐਕਸਪੈਕਟ ਕਰਦੇ ਕਿ ਥੱਲੇ ਲੋਕ ਇਹਨੂੰ ਚੰਗਾ ਕਹਿਣ। ਤੁਸੀਂ ਜੇ ਚੰਗਾ ਹੋਊ ਤਾਂ ਚੰਗਾ ਕਹੋ। ਅੱਜ ਆਪਣਾ ਤਜਰਬਾ ਹੀ ਦੱਸ ਦਿਓ ਕਿ ਅੰਦਰ ਵੀ ਰਹੇ ਹੋ ਮਹਿਕਮੇ ਦੇ, ਅਫਸਰਾਂ ਨੂੰ ਡਰ ਕਿਹੜੀ ਗੱਲ ਦਾ ਪੈ ਜਾਂਦਾ ਹੈ ਕਿ ਉੱਤੋਂ ਹੁਕਮ ਆ ਗਿਆ ਤਾਂ ਮੰਨਣਾ ਹੀ ਮੰਨਣਾ ਹੈ, ਜਾਂ ਆਪਣੀ ਦਲੇਰੀ ਦੇ ਨਾਲ ਕਦਮ ਚੁੱਕ ਕੇ ਵੀ ਜਾ ਸਕਦੇ? ਕੁਰਸੀ ਦਾ ਖੈਰ, ਠੀਕ ਹੈ, ਕੁਰਸੀ ਨਹੀਂ ਛੱਡਣਾ ਚਾਹੁੰਦੇ, ਠੀਕ ਹੈ। ਕੁਰਸੀ ਦੇ ਨਾਲ ਹੀ ਮਰਨਾ ਚਾਹੁੰਦੇ, ਠੀਕ ਹੈ। ਕੁਰਸੀ ਦੇ ਨਾਲ ਹੀ ਜਿਵੇਂ ਬੰਦਾ ਜਿਵੇਂ ਢਿੱਡ 'ਚੋਂ ਕੁਰਸੀ ਸਮੇਤ ਆਏ ਸੀ ਤੇ ਕਬਰਾਂ ਤੱਕ ਕੁਰਸੀ ਤੱਕ ਜਾਣਾ, ਇਸ ਕੋਸ਼ਿਸ਼ ਦੇ ਵਿੱਚ ਇਹ ਚੀਜ਼ਾਂ ਕਰਦੇ ਆ। ਅਦਰਵਾਈਜ਼ ਟਰਾਂਸਫਰਏਬਲ ਜੌਬ ਹੁੰਦੀ ਹੈ, ਕੋਈ ਦਿੱਕਤ ਹੈ ਨਹੀਂ। ਤੁਸੀਂ ਗੱਲ ਕਰਦੇ ਤੁਹਾਨੂੰ ਬਦਲੀ ਕਰਨਗੇ, ਹੋਰ ਕੀ ਹੈਗਾ। ਨਹੀਂ, ਇਹਨਾਂ ਨੇ ਕੁਰਸੀਆਂ ਨਾਲ ਜੁੜੇ ਰਹਿਣ ਵਾਸਤੇ ਜਲਾਲਤ ਦੀ ਹਰ ਹੱਦ ਜਿਹੜੀ ਹੈਗੀ ਉਹ ਕਰਦੇ ਆ। ਤੁਹਾਡੇ ਪੁਰਾਣੇ ਡੀਜੀਪੀ ਦਾ ਲੈ ਲਓ, ਜਿਹੜਾ ਦਿਨਕਰ ਗੁਪਤਾ ਬਦਲ ਕੇ ਅੱਜ ਕੱਲ੍ਹ NIA ਦਾ ਚੀਫ ਲਾਇਆ ਹੋਇਆ ਇਹਨਾਂ ਨੇ, ਠੀਕ ਹੈ। ਉਹ ਤਾਂ ਆਪਦੀ ਜਨਾਨੀ ਨੂੰ, ਲੇਡੀ ਨੂੰ ਲੈ ਕੇ ਚੀਫ ਸੈਕਟਰੀ ਸੀਗੀ, ਉਹ ਰੂਸ ਆਲਮ ਦੇ ਨਾਲ ਫੋਟੋ ਖਿਚਾ ਰਿਹਾ ਤੇ ਰੂਸ ਆਲਮ ਦੇ ਉੱਤੇ ਉੱਤੋਂ ਦੇ ਹੱਥ ਰੱਖਿਆ ਹੋਇਆ, ਉਹਦੀ ਵਰਦੀ ਪਾਈ ਹੋਈ। ਉਹਨੂੰ ਕਹਿੰਦੇ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੀਆਂ ਵਰਦੀਆਂ ਤੇ ਇਹੋ ਜਿਹੀਆਂ ਡਿਊਟੀਆਂ ਤੇ। ਫਿਰ ਇਹ ਕਹਿੰਦੇ ਕਿ ਇਹਨਾਂ ਨੂੰ ਕੋਈ ਮਾੜਾ ਵੀ ਨਾ ਕਹੇ, ਜਿਹੜੀ ਗੱਲ ਮਾੜੀ ਹੈ ਉਹਨੂੰ ਤਾਂ ਮਾੜੀ ਕਹੀ ਜਾਵੇ। ਤੁਸੀਂ ਰਾਜਾ ਵੜਿੰਗ ਹੋਰਾਂ ਦੀ ਸਾਰੀ ਟੀਮ ਨੂੰ ਘੇਰ ਕੇ ਇੱਕ ਵੀਡੀਓ ਜਿਹੜੀ ਹੋਈ, ਮੀਡੀਆ ਵੀ ਉੱਥੇ ਮੌਜੂਦ ਸੀ, ਪੂਰਾ ਚੈਲੰਜ ਕੀਤਾ ਕਿ ਆਓ ਇੱਧਰ ਹਿਸਾਬ ਲਈਏ, ਹਿਸਾਬ ਦੇਈਏ। ਉਹ ਕੀ ਗੱਲ ਸੀ, ਕਿਹੜਾ ਹਿਸਾਬ ਲੈਣਾ ਚਾਹੁੰਦੇ? ਹਿਸਾਬ ਆਹੀ ਜਿਹੜੇ ਉਹਨਾਂ ਨੇ ਕਰਤੂਤਾਂ ਕੀਤੀਆਂ। ਇੱਕ ਤਾਂ ਪਹਿਲਾਂ ਪੰਜਾਬ ਦਾ ਉਜਾੜਿਆ ਇਹਨਾਂ ਨੇ, ਮੁੜ ਕੇ ਹੁਣ ਦੂਜੇ ਪਾਸੇ ਆ ਕੇ ਖੜਦੇ ਆ ਵੀ ਅਸੀਂ ਆਪੋਜੀਸ਼ਨ 'ਚ ਅਸੀਂ ਭਲਾ ਕਰਾਂਗੇ। ਤੁਸੀਂ ਹੀ ਰਾਜਾ, ਤੁਸੀਂ ਹੀ ਪਰਜਾ, ਤੁਸੀਂ ਹੀ ਮਾਰਨ ਵਾਲੇ, ਤੁਸੀਂ ਜਿਉਣ ਵਾਲੇ। ਹੁਣ ਲੋਕ ਜਾਗ ਗਏ ਹੈ। ਉਹ ਸਵਾਲ ਪੁੱਛਿਆ ਸੀ ਇਹਨਾਂ ਕੋਲੋਂ, ਉਹ ਟੈਕਸਟਾਈਲ ਮਿਲ ਜਿਹਦੇ ਹੱਕ ਦੇ ਜਿਹੜਾ ਟੈਕਸਟਾਈਲ ਪਾਰਕ ਸੀਗਾ, ਜਿਹਨੂੰ ਹੁਣ ਇਹਨਾਂ ਨੇ ਵਾਪਸ ਲੈ ਲਿਆ, ਇਹ ਤਾਂ ਗੁਣ ਗਾਉਂਦੇ ਰਹੇ ਕੈਪਟਨ ਸਰਕਾਰ ਵੇਲੇ ਵੀ ਅਸੀਂ ਬਹੁਤ ਕਰ ਰਹੇ ਹਾਂ, ਲਿਆ ਰਹੇ ਹਾਂ। ਜਦੋਂ ਬਦਲ ਗਿਆ ਕਿ ਦੂਜੇ ਪਾਸੇ ਆ ਕੇ ਵੀ ਧੱਕਾ ਹੋ ਰਿਹਾ। ਇਹ ਕੁਐਸਚਨ ਕੀਤੇ ਸੀ ਵੀ ਤੁਹਾਨੂੰ ਪੁੱਛਣ ਵਾਲਾ ਹੀ ਕੋਈ ਨਹੀਂ। ਇਵੇਂ ਅਕਾਲੀ ਆ ਕੇ ਉੱਥੇ ਬੈਠੇ ਸੀਗੇ, ਤੁਸੀਂ ਅਜਾੜਿਆ ਹੈਗਾ, ਤੁਸੀਂ ਸੋਲੂਸ਼ਨ ਦੱਸੋਗੇ। ਜਿਹੜਾ ਬੰਦਾ ਕਾਤਲ ਹੈ ਉਹਦੇ ਤੋਂ ਹੀ ਦਵਾਈ ਲਵਾਂਗੇ ਅਸੀਂ ਵੀ ਹਾਂ ਹੁਣ ਕਿਵੇਂ ਇਹਨੂੰ ਪੈਦਾ ਕਰੀਏ ਜਾਂ ਦੁਬਾਰਾ ਕਿਵੇਂ ਠੀਕ ਹੋਵੇ ਆਦਮੀ। ਇਹ ਪਰਪਸ ਸੀ ਕਹਿਣ ਦਾ। ਉਦੋਂ ਵੀ ਇਹ ਪੁੱਛਿਆ ਸੀ, ਹੁਣ ਵੀ ਕਹਿ ਰਹੇ ਹਾਂ, ਬਹੁਤ ਕੁਛ ਇਹਨਾਂ ਦੇ ਖਿਲਾਫ ਹੈ। ਇਹ ਰਾਜਾ ਵੜਿੰਗ ਦੇ ਖਿਲਾਫ ਤਾਂ ਇੱਕ ਫੈਮਿਲੀ ਨੇ ਸੁਸਾਈਡ ਕੀਤਾ ਹੋਇਆ ਫਰੀਦਕੋਟ ਦੀ ਨੇ। ਹੁਣ ਮੇਰੇ ਧਿਆਨ 'ਚ ਆਇਆ, ਉਹ ਗੱਲ ਉਹਨੂੰ ਵੀ ਅੱਗੇ ਲੈ ਕੇ ਆਉਂਦੇ ਆ, ਉਹਨੂੰ ਫੈਮਿਲੀ ਨੂੰ ਕੰਟੈਕਟ ਕਰਾਂਗੇ, ਦੇਖਾਂਗੇ। ਇਹਨਾਂ ਨੇ ਉਦੋਂ ਡਰਾ ਕੇ, ਲਾਲਚ ਦੇ ਕੇ ਕੁਛ ਤਰੀਕੇ ਨਾਲ ਉਹਨਾਂ ਨੂੰ ਦਬਾ ਲਿਆ। ਫੈਮਿਲੀ ਨੇ ਉਹਦੀ ਸਟੋਰੀ ਪੂਰੀ ਆ ਜਾਣ ਤੇ ਮੈਂ ਆਉਣ ਵਾਲੇ ਦਿਨਾਂ ਵਿੱਚ ਉਹ ਵੀ ਸਾਹਮਣੇ ਲੈ ਕੇ ਆਊਂਗਾ। ਇਹ ਵੀ ਜਿਵੇਂ ਆਸ਼ੂ ਦੇ ਖਿਲਾਫ ਕਤਲ ਬੋਲਦੇ ਤੇ ਹੋ ਸਕਦਾ ਇਹਦੇ ਖਿਲਾਫ ਵੀ ਕਤਲਾਂ ਦੀ ਦਾਸਤਾਨ ਨਵੀਂ ਖੁੱਲ੍ਹ ਪਵੇ। ਬਾਕੀ ਤਾਂ ਘਟੀਆ ਲੋਕ ਹੈਗੇ, ਕਿੰਨੀ ਗੱਲ ਕਰਨੀ ਇਹਨਾਂ ਬਾਰੇ। ਮੇਰੇ ਇੱਕ ਆਖਰੀ ਸਵਾਲ ਹੈ ਭਾਰਤ ਭੂਸ਼ਣ ਆਸ਼ੂ ਦੇ ਨਾਲ ਜੁੜਿਆ ਹੋਇਆ। ਸਾਨੂੰ ਇਹ ਵੀ ਪਤਾ ਲੱਗਿਆ ਕਿ ਅੰਦਰ ਨਾ ਹੁਣ ਜਿਹੜੇ ਗੱਦੇ ਦਿੱਤੇ ਗਏ ਉਹਨਾਂ ਤੇ ਕਹਿੰਦੇ ਨੀਂਦ ਨਹੀਂ ਆਉਂਦੀ, ਮੰਜਾ ਮੰਗਿਆ ਗਿਆ। ਇਹ ਵੀ ਮੰਗਿਆ ਗਿਆ ਕਿ ਮੈਨੂੰ ਮੋਬਾਈਲ ਫੋਨ ਦੇ ਦਿਓ ਜਾਂ ਮਿਲਣ ਦੇ ਦਿਓ, ਵਰਤੋਂ ਕਰਨ ਦਿਓ। ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਅੰਦਰ। ਤੇ ਅੱਜ ਜਿਹੜੀ ਗੱਲ ਉਦੋਂ ਕਹੀ ਗਈ ਕਿ ਜਾ ਕੇ ਕਹਿ ਦਿਓ ਹਾਈ ਕੋਰਟ ਨੂੰ ਕਿ ਅਸੀਂ ਨਹੀਂ ਸੁਣਨੀ, ਇਹ ਕਰਨਾ, ਉਹ ਬਿਆਨ ਤੇ ਅੱਜ ਦੀ ਹਾਲਤ, ਲਾਸਟ ਟਿੱਪਣੀ ਕੀ ਹੈ? ਛੋਟੇ ਭਾਈ, ਉੱਥੇ ਇਹਨੂੰ ਭਾਵੇਂ ਡਬਲ ਬੈੱਡ ਦੇ ਦਿਓ, ਠੀਕ ਹੈ, AC ਲਾ ਦਿਓ, ਉਹ ਜੇਲ੍ਹ ਹੈ। ਜੇਲ੍ਹ ਹੁੰਦੀ ਹੈ। ਔਰ ਜੇਲ੍ਹ ਸਾਡੇ ਵਰਗੇ ਬੰਦੇ ਤਾਂ ਜਿਹੜੇ ਪਹਿਲਾਂ ਹੀ ਇਸ ਗੱਲ ਨੂੰ ਮੰਨ ਕੇ ਚੱਲੇ ਸੀ 4 ਸਾਲ ਪਹਿਲਾਂ ਵੀ ਜੇਲ੍ਹਾਂ 'ਚ ਵੀ ਸਿੱਟਣਗੇ, ਤੰਗ ਵੀ ਕਰਨਗੇ, ਅਸੀਂ ਪ੍ਰਪੇਅਰ ਹੈਗੇ। ਤੇ ਇਹਨਾਂ ਨੂੰ ਸੁਪਨਾ ਵੀ ਨਹੀਂ ਲਿਆ ਕਦੇ। ਇਸ ਕਰਕੇ ਇਹਨਾਂ ਨੂੰ ਇੱਥੇ 5 ਸਟਾਰ ਵੀ ਦੇ ਦਿਓਗੇ ਤਾਂ ਵੀ ਇਹਨਾਂ ਨੂੰ ਨੀਂਦ ਨਹੀਂ ਆਉਣੇਗੀ। ਨੀਂਦ ਜਿਹੜੀ ਹੁੰਦੀ ਹੈ, ਨੀਂਦ ਹੋਰ ਕਿਸੇ ਖਾਤੇ 'ਚ ਆਉਂਦੀ, ਨੀਂਦ ਉੱਥੇ ਆਉਂਦੀ ਜਦੋਂ ਪੀਸ ਆਫ ਮਾਈਂਡ ਹੁੰਦਾ। ਉਹਨੂੰ ਤਾਂ ਆਪਣੀ ਕਰਤੂਤਾਂ ਦਿਸਦੀਆਂ, ਉਹਨੂੰ ਦੇਖਦਾ ਸਾਰੇ ਪਾਸੇ ਵੀ ਮੈਂ ਜੇਲ੍ਹ ਦੇ ਵਿੱਚ। ਇਸ ਕਰਕੇ ਇਹ ਜਿਹੜੀ, ਹਾਲਾਂਕਿ ਇਹਨੂੰ ਕੋਈ ਇਹੋ ਜਿਹੀ ਕੋਈ ਇਹ ਨਹੀਂ ਕਿ ਉੱਥੇ ਤੰਗੀ ਹੈਗੀ ਹੈ, ਹਰ ਤਰ੍ਹਾਂ ਦੀ ਫੈਸਿਲਿਟੀ ਅਵੇਲੇਬਲ ਹੈ, ਇਨਸਾਨੀ ਤੌਰ 'ਤੇ ਹੋਣੀ ਵੀ ਚਾਹੀਦੀ ਹੈ। ਕੋਈ ਅਸੀਂ ਇਸ ਗੱਲ ਨੂੰ ਨਹੀਂ ਹੈਗਾ ਵੀ ਇਹਨੂੰ ਪੁੱਠਾ ਟੰਗ ਕੇ ਇਹ ਕਰੋ ਉਹ ਕਰੋ, ਕੋਈ ਉਹ ਨਹੀਂ। ਕੋਈ ਇਹੋ ਜਿਹੀ ਇਨਵੈਸਟੀਗੇਸ਼ਨ ਇਹਦੇ ਕੋਲ ਕਰਨੀ ਨਹੀਂ ਹੈਗੀ, ਕੋਈ ਇਹ ਚੀਜ਼ ਬਣਾਉਣ ਵਾਲੀ ਨਹੀਂ ਹੈਗੀ ਜਿਹੜੀ ਸਖਤੀ ਤੋੜ ਡਾਕੂਮੈਂਟਰੀ ਐਵੀਡੈਂਸ ਹੈਗੀ ਹੈ, ਠੀਕ ਹੈ। ਇਹਦੀ ਹਾਜ਼ਰੀ ਜ਼ਰੂਰੀ ਹੈਗੀ ਹੈ, ਉਹ ਉੱਥੇ ਹੈਗੀ ਹੈ, ਰਿਮਾਂਡ ਦੇ ਵਿੱਚ ਉਹਨੂੰ ਮਿਲ ਜਾਣਾ। ਇਸ ਕਰਕੇ ਕੋਈ
ਅਣਮਨੁੱਖੀ ਜਾਂ ਇਹੋ ਜਿਹੀ ਗੱਲ ਦੀ ਤਾਂ ਅਸੀਂ ਨਹੀਂ ਅਪੀਲ ਕਰਦੇ ਕਿਸੇ ਨੂੰ ਵੀ ਇਹਨਾਂ ਨੂੰ ਕੀਤਾ। ਹਾਲਾਂਕਿ ਵਿਹਾਰ ਇਹਨਾਂ ਦਾ ਉਹੀ ਸੀ ਕਿ ਕੀਤਾ ਜਾਵੇ, ਪਰ ਜੇ ਇਹਦਾ ਜਵਾਬ 'ਚ ਅਸੀਂ ਵੀ ਗੱਲ ਕਰੀਏ ਫਿਰ ਅਸੀਂ ਵੀ ਇਹਨਾਂ ਵਰਗੇ ਹੋ ਗਏ। ਅਸੀਂ ਨਹੀਂ ਚਾਹੁੰਦੇ ਕਿ ਇਹਨਾਂ ਦਾ ਇਹੋ ਜਿਹਾ ਹਾਲਾਤ ਹੋਵੇ। ਉਹ ਜਿਸ ਤਰ੍ਹਾਂ ਦਾ ਆਮ ਪ੍ਰੋਪਰ ਰੂਟੀਨ ਦੇ ਵਿੱਚ ਇੱਕ ਆਮ ਕਹਿੰਦੀ ਹੈ ਉਹਦੇ ਉਸ ਤਰੀਕੇ ਨਾਲ, ਹਾਲਾਂਕਿ ਇਹਨਾਂ ਨੂੰ ਖਾਸ ਕਰੀ ਦਾ ਵਿਹਾਰ ਕੀਤਾ ਜਾ ਰਿਹਾ, ਨਾਲ ਬਿਸਕੁਟ ਤੇ ਕਾਫੀਆਂ ਖਵਾ ਕੇ ਇਹਨਾਂ ਤੋਂ ਕੁਐਸਚਨ ਕੀਤੇ ਜਾ ਰਹੇ, ਪਰ ਫਿਰ ਵੀ ਚਲੋ ਅਸੀਂ ਇੱਕ ਸਮਝਦੇ ਹਾਂ ਕਿ ਮਹਿਕਮਾ ਇੱਕ ਲੈਵਲ ਤੱਕ ਹੀ ਕਿਸੇ ਉਹ ਜਾਂਦਾ ਹੁੰਦਾ, ਠੀਕ ਹੈ। ਪਰ ਇਹ ਜੀ ਤੰਗੀ ਵਾਲੀ ਗੱਲ ਇਹਨਾਂ ਨੂੰ ਹੈ ਉਹ ਬਿਲਕੁਲ ਨਹੀਂ ਹੈਗੀ। ਪਰ ਨੀਂਦਾਂ ਜਿਹੜੀਆਂ ਆਉਂਦੀਆਂ ਜੇਲ੍ਹਾਂ ਭਾਵੇਂ ਕਹਿੰਦੇ ਸਵਰਗ ਦੀਆਂ ਹੋਣ ਉਹ ਵੀ ਹੁੰਦੀਆਂ, ਤੇ ਸੁੱਖ ਦੀ ਨੀਂਦ ਭਾਵੇਂ ਕੰਡਿਆਂ ਦੇ ਪਏ ਹੋਏ ਉੱਥੇ ਵੀ ਆ ਜਾਂਦੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ। ਇਹ ਸਨ ਸਾਡੇ ਨਾਲ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ, ਜਿਨ੍ਹਾਂ ਨੇ ਗੱਲ ਰੱਖੀ ਔਰ ਭਾਰਤ ਭੂਸ਼ਣ ਆਸ਼ੂ ਦੇ ਮਸਲੇ ਦੇ ਵਿੱਚ ਕਿਹੜੀਆਂ ਫਾਈਲਾਂ ਚੁੱਕੀਆਂ ਨੇ ਇਹਨਾਂ ਨੇ ਔਰ ਕਿਹੜੇ ਕਾਗਜ਼ ਖੁਲਵਾਉਣਾ ਚਾਹੁੰਦੇ ਨੇ ਕਿ ਉਸ ਦੇ ਉੱਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ, ਪੈਰਵਾਈ ਹੋਣੀ ਚਾਹੀਦੀ ਹੈ। ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਮਾਨ ਸਰਕਾਰ ਕਿੱਥੋਂ ਤੱਕ ਇਸ ਪੈਰਵਾਈ ਨੂੰ, ਕਾਰਵਾਈ ਨੂੰ ਲੈ ਕੇ ਜਾਂਦੀ ਹੈ। ਹੋਰ ਕੌਣ-ਕੌਣ ਇਸ ਭ੍ਰਿਸ਼ਟਾਚਾਰ ਦੇ ਜਾਲ ਦੇ ਵਿੱਚ ਫਸਦਾ ਹੈ, ਇਹ ਸਾਰਾ ਕੁਝ ਨਜ਼ਰ ਆਵੇਗਾ। ਜਦੋਂ ਕਾਰਵਾਈ ਹੋਏਗੀ ਠੋਸ ਰੂਪ ਵਿੱਚ, ਉਦੋਂ ਹੀ ਪਤਾ ਲੱਗੇਗਾ। ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਲੁਧਿਆਣਾ।